ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬरुण कौर मान। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਅਲ एस्टेट ਬ੍ਰੋਕਰ ਮੋਹਨ ਚੀਮਾ। ਰੀਅਲ एस्टेट ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਅਮਰੀਕੀ ਸੰਸਦ ਵੱਲੋਂ ਕੋਵਿਡ ਰਾਹਤ ਪੈਕੇਜ ਪਾਸ, ਹਰ ਇੱਕ ਨੂੰ ਮਿਲਣਗੇ ਕੋਵਿਡ ਰਾਹਤ ਪੈਕੇਜ। ਅਮਰੀਕਾ ਦੇ ਰੀਨੋ ਸ਼ਹਿਰ ਵਿੱਚ ਹੋਇਆ ਭਾਰੀ ਇਕੱਠ, ਕਿਸਾਨਾਂ ਦੇ ਹੱਕ ਵਿੱਚ ਕੱਢੀ ਗਈ ਵੱਡੀ ਰੈਲੀ। ਜੋ ਬਾइडेन ने लाइव प्रसारण दौरान लगवाया कोरोना टीका। प्रसिद्ध मोबाइल फोन कंपनी एप्पल कैलिफोर्निया च स्टोरां नूं कर रही है अस्थाई तौर ते बंद। फ्रंट लाइन वर्कर ਅਤੇ 75 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਲੱਗੇਗਾ ਦੂਜੇ ਫੇਜ਼ ਦਾ ਕੋਰੋਨਾ ਟੀਕਾ। ਅਮਰੀਕਾ ਵਿੱਚ ਮੋਡਰਨਾ ਕੋਰੋਨਾ ਟੀਕੇ ਦੀ ਪਹਿਲੀ ਖੇਪ ਹੋ ਰਹੀ ਹੈ ਟੀਕਾਕਰਨ ਲਈ ਤਿਆਰ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। अमरीकी संसद ने कोविड राहत बारे समझौते उत्ते सहमति बना ली है। सरकारी फंड जारी करने बारे समझौता सहीबद्ध कर लिया गया है। इसे तरह कारोबारी अदारियां ते निजी तौर ते लोकां नूं मदद मुहैया करवाउण दा राह खुल गया है। इस विच वैक्सीन लई होण वाला खर्चा भी शामिल है। कैपिटल हिल दे चोटी दे वार्ताकारां ने आर्थिक राहत पैकेज के रूप में करीब $1 खरब का समझौता सिरे चाढ़िया है। कांग्रेसनल आगुआं वालों ऐलानी राहत तहत आरजी तौर पर नौकरी गवाउण वालियां नूं $300 प्रति हफ्ता मिलेगा। ज़्यादातर अमरीकियां नूं सीधे तौर पर $600 प्रति हफ्ता अदायगी वक्रे तौर पर राहत वजों की जाएगी। इस तो इलावा बुरी तरह झंबे व्यापारियों नूं सबसिडी मिलेगी। स्कूलों, सेहत संभाल सेवावां देण वालियां ते किराएदारां नूं भी राहत दित्ती जाएगी। सैनेटर मिच मैकनोनल ने दस्सिया है कि एक होर वड्डा राहत पैकेज भी ऐलानिया जाएगा। इस दौरान अगले महीने अमरीकी राष्ट्रपति बनन जा रहे जो बाइडन ने अज लाइव टीवी उत्ते कोरोना वायरस वैक्सीन की पहली डोज लई इसका मंतव अमरीकी लोगों को यकीन दिवाउणा सी कि वैक्सीन डोज सुरक्षित है। जिक्रयोग है कि फार्मा कंपनी मॉडर्ना वालों बनाई वैक्सीन की पहली खेप भी अमरीका पुजनी शुरू हो गई है। इस तो पहला फाइजर नूं मंजूरी मिल चुकी है। शुक्रवार अमरीका दीयां कई चोटी दीयां शख्सियतां नूं वैक्सीन डोज दित्ती गई। ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਸੇਕ ਹੁਣ ਵਿਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ। ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ਤੇ ਅਤੇ ਅੱਤ ਦੀ ਠੰਡ ਵਿੱਚ ਬੈਠੇ ਕਿਸਾਨਾਂ ਦੇ ਹੱਕ 'ਚ ਵਿਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਨਾਲ ਨਵਾਡਾ ਸਟੇਟ ਦੇ ਰੀਨੋ ਸ਼ਹਿਰ ਵਿਖੇ ਵੀ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਕਲਚਰਲ ਐਂਡ ਸਪੋਰਟਸ ਕਲੱਬ ਰੀਨੇ ਵੱਲੋਂ ਆਯੋਜਿਤ ਕੀਤੀ ਗਈ ਇੱਕ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ। ਬੱਚੇ, ਬੁੱਢੇ, ਨੌਜਵਾਨ, ਔਰਤਾਂ ਨੇ ਵੱਧ ਚੜ ਕੇ ਇਸ ਰੈਲੀ ਵਿੱਚ ਹਿੱਸਾ ਲਿਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ। ਆਗੂਆਂ ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਵਿਰੋਧ 'ਚ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਅਪੀਲ ਕੀਤੀ ਤੇ ਦਿੱਲੀ ਬਾਰਡਰ ਤੇ ਬੈਠੇ ਕਿਸਾਨਾਂ ਦੀ ਹਮਾਇਤ ਕੀਤੀ ਗਈ। ਇਸ ਦੌਰਾਨ ਇਹ ਵਿਚਾਰ ਵੀ ਪੇਸ਼ ਕੀਤਾ ਗਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰ ਆਪਣੇ ਪਿੰਡਾਂ ਤੋਂ ਜਾ ਰਹੇ ਜਥਿਆਂ ਦੀ ਹਮਾਇਤ ਕਰਨ। संस्था के प्रधान रणवीर सिंह छीना ने आईयां संगतां नूं जी आयां नूं कहा ਅਤੇ किसान विरोधी बिल पढ़ के सुनाए। इस मौके लंगर का विशेष प्रबंध किया गया सी। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇ ਆਪਣੇ ਹੱਥਾਂ ਵਿੱਚ ਬੈਨਰ ਤੇ ਪੋਸਟਰ ਚੁੱਕੇ ਹੋਏ ਸਨ, ਜਿਨ੍ਹਾਂ ਉੱਪਰ ਕਿਸਾਨਾਂ ਦੇ ਹੱਕ ਵਿੱਚ ਸਲੋਗਨ ਲਿਖੇ ਹੋਏ ਸਨ। ਆਈਆਂ ਹੋਈਆਂ ਸੰਗਤਾਂ ਨੇ ਵੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਵਿਰੁੱਧ ਬਣਾਏ ਗਏ ਕਾਲੇ ਕਾਨੂੰਨ ਜਲਦ ਤੋਂ ਜਲਦ ਵਾਪਸ ਲਏ ਜਾਣ। ਭਾਰੀ ਇਕੱਠ ਤੋਂ ਬਾਅਦ ਆਈਆਂ ਸੰਗਤਾਂ ਨੇ ਇੱਕ ਰੋਸ ਮਾਰਚ ਵੀ ਕੱਢਿਆ, ਜਿਸ ਦਾ ਰੀਨੋ ਦੇ ਸਥਾਨਕ ਲੋਕਾਂ ਨੇ ਵੀ ਗੱਡੀਆਂ ਦੇ ਹਾਰਨ ਮਾਰ ਕੇ ਹੌਸਲਾ ਅਫਜ਼ਾਈ ਕੀਤੀ। ਜਿਹੜਾ 1955 ਦਾ ਐਕਟ ਸੀਗਾ ਉਹਨੂੰ ਦੁਬਾਰਾ ਤੋਂ ਜਿੱਦਾਂ ਸੀਗਾ ਉਹਦਾ ਲਾਗੂ ਕੀਤਾ ਜਾਵੇ। ਅਗੇਨ ਸਾਰੇ ਜਿਹੜੇ ਸੈਕਰਾਮੈਂਟੋ ਤੋਂ ਤੇ ਹੋਰ ਰੀਨੋ ਤੋਂ, ਕਾਰਸਨ ਸਿਟੀ ਤੋਂ, ਹੋਰ ਨਵਾਡਾ ਦੇ ਕਈ ਸ਼ਹਿਰਾਂ ਤੋਂ ਆਏ ਨੇ, ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਜਿਹੜਾ ਸਾਨੂੰ ਆ ਕੇ ਸਾਡਾ ਸਮਰਥਨ ਕੀਤਾ। ਤੇ ਸਾਡੇ ਜਿਹੜੇ ਵੀਰ ਮੀਡੀਆ 'ਚ ਠੰਡ 'ਚ ਬੈਠੇ ਨੇ ਉਹਨਾਂ ਨੂੰ ਦੱਸਿਆ ਵੀ ਅਸੀਂ ਵੀ ਤੁਹਾਡੇ ਭਰਾ ਹਾਂ। ਅੱਜ ਦਸੰਬਰ ਦੇ ਮਹੀਨੇ 'ਚ ਰੀਨੋ ਦੇ ਵਿੱਚ ਪੂਰੀ ਠੰਡ ਦੇ ਵਿੱਚ ਅਸੀਂ ਬਾਹਰ ਪ੍ਰਦਰਸ਼ਨ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अमरीका के नवे चुने गए राष्ट्रपति जो बाइडन ने सोमवार नूं टैलीविजन ते सीधे प्रसारण दौरान फाइजर के कोरोना वायरस टीके की पहली खुराक का टीका लगवाया। बाइडेन ने डेलावेयर के नेवार्क ते क्रिस्टियानार के हस्पताल विच पहली खुराक का टीकाकरण लगवाउण मगरों कहा, मैं ਇਹ ਪ੍ਰਦਰਸ਼ਨ ਇਸ ਲਈ ਕਰ ਰਿਹਾ ਹਾਂ ਕਿ ਲੋਕਾਂ ਨੂੰ ਟੀਕਾ ਲਗਵਾਉਣ ਲਈ ਤਿਆਰ ਕਰ ਸਕਾਂ। ਚਿੰਤਾ ਦੀ ਕੋਈ ਗੱਲ ਨਹੀਂ ਹੈ। ਉਹਨਾਂ ਦੇਸ਼ ਵਾਸੀਆਂ ਨੂੰ ਮਾਸਕ ਪਾਉਣ ਅਤੇ ਛੁੱਟੀਆਂ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਦਿਨ ਬਾइडेन ਦੀ ਪਤਨੀ ਜਿਲ ਬਾइडेन ਨੇ ਕੋਰੋਨਾ ਦਾ ਟੀਕਾ ਲਗਵਾਇਆ। ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਵੀ ਇਸ ਹਫ਼ਤੇ ਟੀਕਾ ਲਗਵਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਮਾਈਕ ਪੈਂਸ ਅਤੇ ਹਾਊਸ ਸਪੀਕਰ ਨੈਂਸੀ ਪੈਲੋਸੀ ਵੀ ਟੀਕਾ ਲਗਵਾ ਚੁੱਕੇ ਹਨ। ਜੋਹਨ ਹੋਪਕਿੰਸ ਯੂਨੀਵਰਸਿਟੀ ਮੁਤਾਬਕ ਦੁਨੀਆ ਵਿੱਚ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਵਿੱਚ 1,79,94,936 ਲੋਕ ਕਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ 3,19,086 ਲੋਕਾਂ ਦੀ ਕਰੋਨਾ ਕਾਰਨ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਹੋਏ ਸਰਵੇ ਮੁਤਾਬਕ ਬਹੁਤੇ ਲੋਕ ਕਰੋਨਾ ਵੈਕਸੀਨ ਵਿੱਚ ਯਕੀਨ ਨਹੀਂ ਰੱਖਦੇ ਤੇ ਉਹ ਟੀਕਾ ਲਗਵਾਉਣ ਲਈ ਤਿਆਰ ਨਹੀਂ ਹਨ। ਇਸ ਲਈ ਲੋਕਾਂ ਅੰਦਰੋਂ ਟੀਕੇ ਦੇ ਡਰ ਕੱਢਣ ਲਈ ਉੱਚ ਅਧਿਕਾਰੀਆਂ ਨੇ ਲੋਕਾਂ ਸਾਹਮਣੇ ਟੀਕਾ ਲਗਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਫੈਲਾਅ ਨਾਲ ਇੰਗਲੈਂਡ ਲਈ ਸੰਕਟ ਖੜਾ ਹੋ ਗਿਆ ਹੈ ਅਤੇ ਯੂਰਪੀ ਮਾਲਕਾਂ ਨੇ ਉਸ ਨਾਲ ਸੰਪਰਕ ਤੋੜ ਲਿਆ ਹੈ। ਯੂਰਪੀ ਮਾਲਕਾਂ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਡਰਦਿਆਂ ਇੰਗਲੈਂਡ ਨਾਲ ਆਵਾਜਾਈ ਬੰਦ ਕਰ ਦਿੱਤੀ ਹੈ। ਕ੍ਰਿਸਮਸ ਨੇੜੇ ਹੋਣ ਕਰਕੇ ਕਈ ਪਰਿਵਾਰਾਂ ਟਰੱਕਾਂ ਵਾਲਿਆਂ ਅਤੇ ਸੁਪਰਮਾਰਕੀਟਾਂ 'ਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਹੈ। ਫਰਾਂਸ ਨਾਲ ਲੱਗਦੀ ਸਰਹੱਦ ਤੇ ਵਾਹਨਾਂ ਦੀ ਕਤਾਰ ਲੱਗ ਗਈ ਹੈ। ਟਰੱਕ ਅਤੇ ਹੋਰ ਢੋਆ ਢੁਆਈ ਵਾਲੇ ਵਾਹਨਾਂ ਦੇ ਦਾਖਲੇ ਨੂੰ ਵੀ ਰੋਕ ਦਿੱਤਾ ਗਿਆ ਹੈ। ਉਧਰ ਇੰਗਲੈਂਡ 'ਚ ਕੋਰੋਨਾ ਦੇ ਨਵੇਂ ਸਰੂਪ ਦਾ ਤੇਜ਼ੀ ਨਾਲ ਪਸਾਰ ਹੋਣ ਦਰਮਿਆਨ 326 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 67,401 ਹੋ ਗਈ ਹੈ। ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ, ਆਸਟਰੀਆ, ਸਵਿਟਜ਼ਰਲੈਂਡ, ਆਇਰਲੈਂਡ, ਬੈਲਜੀਅਮ, ਇਜ਼ਰਾਈਲ, ਹਾਂਗਕਾਂਗ, ਈਰਾਨ, ਕ੍ਰੋਏਸ਼ੀਆ, ਅਰਜਨਟੀਨਾ, ਚਿਲੀ, ਮੋਰੋਕੋ, ਕੁਵੈਤ ਅਤੇ ਕੈਨੇਡਾ ਦੇ ਇੰਗਲੈਂਡ ਦੇ ਸਫ਼ਰ ਅਤੇ ਉੱਥੋਂ ਆਉਣ ਵਾਲੀਆਂ ਉਡਾਣਾਂ ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਸਾਰੀਆਂ ਕੌਮਾਂਤਰੀ ਉਡਾਣਾਂ ਤੇ ਇੱਕ ਹਫ਼ਤੇ ਲਈ ਰੋਕ ਲਾ ਦਿੱਤੀ ਹੈ। ਇੰਗਲੈਂਡ ਦੇ ਸਿਹਤ ਮੰਤਰੀ ਮੈਟ ਹੈਕੌਕ ਨੇ ਕਿਹਾ ਹੈ ਕਿ ਲੋਕ ਖਾਸ ਕਰਕੇ ਟੀਅਰ 4 ਇਲਾਕਿਆਂ ਦੇ ਵਸਨੀਕਾਂ ਨੂੰ ਵਾਇਰਸ ਹੋਣ ਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਕੋਰੋਨਾ ਦੇ ਨਵੇਂ ਰੂਪ ਨਾਲ ਅਜੇ ਘਰਾਂ ਅੰਦਰ ਰਹਿ ਕੇ ਹੀ ਨਜਿੱਠਿਆ ਜਾ ਸਕਦਾ ਹੈ। ਕੋਰੋਨਾ ਵਾਇਰਸ ਦੀ ਨਵੀਂ ਕਿਸਮ 70% ਵਧੇਰੇ ਲਾਗ ਫੈਲਾਉਣ ਵਾਲੀ ਮੰਨੀ ਜਾ ਰਹੀ ਹੈ। ਉਂਝ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਇਸ ਦਾ ਅਜੇ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਨਵਾਂ ਰੂਪ ਵਧੇਰੇ ਘਾਤਕ ਹੈ ਜਾਂ ਇਹ ਵੈਕਸੀਨ ਤੇ ਵੱਖਰੇ ਢੰਗ ਨਾਲ ਅਸਰ ਪਾਏਗਾ। ਲੰਡਨ ਦੇ ਇੰਪੀਰੀਅਲ ਕਾਲਜ ਦੇ ਡਾਕਟਰ ਐਰਿਕ ਵੇਲਜ਼ ਨੇ ਕਿਹਾ ਹੈ ਕਿ ਕੋਵਿਡ-19 ਨਾਲੋਂ ਲਾਗ ਦਾ ਨਵਾਂ ਰੂਪ ਕਿਤੇ ਵੱਧ ਤੇਜ਼ੀ ਨਾਲ ਫੈਲ ਰਿਹਾ ਹੈ। ਅਜੇ ਫੌਰੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਸ ਤੇ ਨਜ਼ਰ ਰੱਖਣਾ ਅਹਿਮ ਹੋਵੇਗਾ। ਅਜੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਯੂਕੇ 'ਚ ਕਿਸੇ ਮਰੀਜ਼ ਤੋਂ ਕੋਰੋਨਾ ਦਾ ਨਵਾਂ ਰੂਪ ਫੈਲਿਆ ਹੈ ਜਾਂ ਕਿਸੇ ਦੂਜੇ ਮੁਲਕ ਤੋਂ ਆਏ ਮਰੀਜ਼ਾਂ ਨੇ ਇੱਥੇ ਹਾਲਾਤ ਗੰਭੀਰ ਬਣਾ ਦਿੱਤੇ ਹਨ। ਨਾਰਦਰਨ ਆਇਰਲੈਂਡ ਨੂੰ ਛੱਡ ਕੇ ਨਵੀਂ ਲਾਗ ਦਾ ਅਸਰ ਲੰਡਨ, ਦੱਖਣ ਪੂਰਬ ਅਤੇ ਪੂਰਬੀ ਇੰਗਲੈਂਡ 'ਚ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ। ਮੁਲਕ ਦੇ ਹੋਰ ਹਿੱਸਿਆਂ 'ਚ ਇੰਨੀ ਤੇਜ਼ੀ ਨਾਲ ਕੋਰੋਨਾ ਦੇ ਨਵੇਂ ਰੂਪ ਦੇ ਕੇਸ ਸਾਹਮਣੇ ਨਹੀਂ ਆਏ ਹਨ। ਲੋਕਾਂ ਨੂੰ ਪਾਬੰਦੀਆਂ ਦਾ ਪਾਲਣਾ ਕਰਨ ਲਈ ਆਖਦਿਆਂ ਸਰਕਾਰ ਨੇ ਕਿਹਾ ਹੈ ਕਿ ਉਹ ਘਰਾਂ ਅੰਦਰ ਹੀ ਰਹਿਣ। ਇਸ ਦੇ ਨਾਲ ਗੈਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰਹਿਣਗੇ। ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਤੇ ਵੱਡੀ ਅਣਗਹਿਲੀ ਦਾ ਦੋਸ਼ ਲਾਇਆ ਹੈ ਅਤੇ ਉਹਨਾਂ ਮੰਗ ਕੀਤੀ ਹੈ ਕਿ ਉਹ ਲੋਕਾਂ ਤੋਂ ਮਾਫੀ ਮੰਗਣ। ਵਾਸ਼ਿੰਗਟਨ 'ਚ ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਨੇ ਕਿਹਾ ਹੈ ਕਿ ਯੂਕੇ 'ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਵਧੇਰੇ ਘਾਤਕ ਹੋਣ ਦੇ ਅਜੇ ਸਬੂਤ ਨਹੀਂ ਮਿਲੇ ਹਨ। ਉਹਨਾਂ ਕਿਹਾ ਕਿ ਇਹ ਆਖਣਾ ਸਹੀ ਨਹੀਂ ਹੋਵੇਗਾ ਕਿ ਵਿਕਸਿਤ ਕੀਤੀਆਂ ਗਈਆਂ ਕੋਰੋਨਾ ਵਾਇਰਸ ਵੈਕਸੀਨਾਂ ਲਾਗ ਦੇ ਨਵੇਂ ਮਾਮਲਿਆਂ ਤੇ ਅਸਰਦਾਰ ਨਹੀਂ ਹੋਣਗੀਆਂ। ਦੁਨੀਆ ਭਰ ਵਿੱਚ ਆਪਣੇ ਮੋਬਾਈਲ ਫੋਨਾਂ ਦਾ ਦਬਦਬਾ ਕਾਇਮ ਰੱਖਣ ਵਾਲੀ ਕੰਪਨੀ ਐਪਲ ਕੋਰੋਨਾ ਵਾਇਰਸ ਦੀ ਵੱਧ ਰਹੀ ਲਾਗ ਪ੍ਰਤੀ ਕਾਫੀ ਸਾਵਧਾਨ ਹੈ। ਅਮਰੀਕੀ ਸੂਬੇ ਕੈਲੀਫੋਰਨੀਆ ਵਿੱਚ ਕੋਵਿਡ-19 ਕੇਸਾਂ ਦੇ ਹੋ ਰਹੇ ਵਾਧੇ ਦੇ ਦੌਰਾਨ ਐਪਲ ਰਾਜ ਵਿਚਲੇ ਆਪਣੇ ਸਾਰੇ ਸਟੋਰ ਅਸਥਾਈ ਤੌਰ ਤੇ ਬੰਦ ਕਰ ਰਿਹਾ ਹੈ। ਐਪਲ ਦੁਆਰਾ ਦਿੱਤੇ ਬਿਆਨ ਅਨੁਸਾਰ ਕੈਲੀਫੋਰਨੀਆ ਵਿੱਚ ਵਾਇਰਸ ਦੀ ਵਜ੍ਹਾ ਨਾਲ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਹੋਣ ਕਰਕੇ ਅਗਲੇ ਨੋਟਿਸ ਤੱਕ ਕੰਪਨੀ ਦੇ ਸਾਰੇ 53 ਸਟੋਰ ਬੰਦ ਰੱਖੇ ਜਾਣਗੇ। ਐਪਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕਈ ਕਮਿਊਨਿਟੀਆਂ ਵਿੱਚ ਮੌਜੂਦਾ ਕੋਰੋਨਾ ਹਾਲਾਤਾਂ ਦੇ ਮੱਦੇਨਜ਼ਰ ਇਹਨਾਂ ਖੇਤਰਾਂ ਵਿੱਚ ਕੰਪਨੀ ਅਸਥਾਈ ਤੌਰ ਤੇ ਸਟੋਰ ਬੰਦ ਕਰ ਰਹੀ ਹੈ। ਹਾਲਾਂਕਿ ਕੰਪਨੀ ਅਨੁਸਾਰ ਗ੍ਰਾਹਕ ਅਜੇ ਵੀ ਆਨਲਾਈਨ ਤਰੀਕੇ ਨਾਲ ਕੰਪਨੀ ਉਤਪਾਦਾਂ ਲਈ ਆਰਡਰ ਦੇ ਸਕਣਗੇ। ਇਸ ਤਕਨੀਕੀ ਕੰਪਨੀ ਨੇ ਲਾਸ ਐਂਜਲਸ ਵਿੱਚ ਆਪਣੇ ਸਟੋਰਾਂ ਨੂੰ ਬੰਦ ਕਰਨ ਤੋਂ ਬਾਅਦ ਕੈਲੀਫੋਰਨੀਆ ਵਿੱਚ ਇਹ ਸਖਤ ਕਦਮ ਚੁੱਕਿਆ ਹੈ, ਜਦਕਿ ਕੈਲੀਫੋਰਨੀਆ ਵਿੱਚ ਸ਼ਨੀਵਾਰ ਰਾਤ ਤੱਕ 18 ਲੱਖ ਤੋਂ ਵੱਧ ਦੀ ਪੁਸ਼ਟੀ ਕੀਤੇ ਗਏ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਰਾਜ ਦੇ ਅੰਕੜੇ ਅਨੁਸਾਰ 22,400 ਤੋਂ ਵੱਧ ਮੌਤਾਂ ਵੀ ਦਰਜ ਹੋਈਆਂ ਹਨ। ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਦੌਰਾਨ ਇਸ ਦੀ ਪਹਿਲੀ ਤਰਜੀਹ ਵਿੱਚ ਸਿਹਤ ਕਾਮਿਆਂ, ਕੇਅਰ ਹੋਮ ਵਸਨੀਕਾਂ ਆਦਿ ਦੀ ਟੀਕਾ ਪ੍ਰਕਿਰਿਆ ਦੇ ਬਾਅਦ ਕਈ ਕਿੱਤਿਆਂ ਨਾਲ ਸੰਬੰਧਿਤ ਕਾਮੇ ਅਤੇ 75 ਸਾਲ ਤੋਂ ਉੱਪਰ ਦੇ ਲੋਕਾਂ ਦੀ ਬਾਰੀ ਆਵੇਗੀ। ਇਸ ਨਿਰਣੇ ਸੰਬੰਧੀ ਐਤਵਾਰ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਇੱਕ ਪੈਨਲ ਨੇ ਅਗਲੇ ਕੋਵਿਡ-19 ਟੀਕੇ ਲਈ ਫਰੰਟ ਲਾਈਨ ਕਾਮੇ ਅਤੇ 75 ਸਾਲ ਜਾਂ ਇਸ ਤੋਂ ਵੱਧ ਦੇ
ਉਮਰ ਦੇ ਲੋਕਾਂ ਨੂੰ ਸ਼ਾਮਲ ਕਰਨ ਬਾਰੇ ਕਿਹਾ ਹੈ। ਇਨ੍ਹਾਂ ਕਾਮਿਆਂ ਵਿਚਕਾਰ ਟੀਕਾਕਰਨ ਦੀ ਇਸ ਸਿਫਾਰਿਸ਼ ਲਈ ਕਮੇਟੀ ਨੇ 13-1 ਨਾਲ ਵੋਟ ਦਿੱਤੀ, ਜੋ ਕਿ ਅੰਤਿਮ ਮਨਜ਼ੂਰੀ ਲਈ CDC ਡਾਇਰੈਕਟਰ ਕੋਲ ਜਾਵੇਗੀ। ਦੇਸ਼ ਵਿੱਚ ਕਰੋਨਾ ਟੀਕਾ ਲਗਾਉਣ ਲਈ ਅਗਲੇ ਲੋੜੀਂਦੇ ਕਰਮਚਾਰੀਆਂ ਦੇ ਸਮੂਹ ਵਿੱਚ 30 ਮਿਲੀਅਨ ਲੋਕ ਸ਼ਾਮਲ ਹਨ, ਜਿਨ੍ਹਾਂ ਵਿੱਚ ਅੱਗ ਬੁਝਾਊ ਕਾਮੇ, ਪੁਲਿਸ ਅਧਿਕਾਰੀ, ਅਧਿਆਪਕ ਅਤੇ ਪ੍ਰਚੂਨ ਦੁਕਾਨ ਦੇ ਕਰਮਚਾਰੀ, ਸੁਧਾਰ ਅਧਿਕਾਰੀ, ਭੋਜਨ ਅਤੇ ਖੇਤੀਬਾੜੀ ਨਿਰਮਾਣ, US ਡਾਕ ਸੇਵਾ ਅਤੇ ਜਨਤਕ ਆਵਾਜਾਈ ਕਰਮਚਾਰੀ ਆਦਿ ਸ਼ਾਮਲ ਹਨ। ਇਸ ਦੇ ਇਲਾਵਾ ਕਮੇਟੀ ਅਨੁਸਾਰ ਇਨ੍ਹਾਂ ਸਮੂਹਾਂ ਦੇ ਪਿੱਛੇ ਹੋਰ ਜ਼ਰੂਰੀ 65 ਤੋਂ 74 ਸਾਲ ਦੇ ਕਰਮਚਾਰੀ ਹੋਣੇ ਚਾਹੀਦੇ ਹਨ। CDC ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫ਼ਤੇ ਦੇਸ਼ ਵਿੱਚ ਟੀਕਾਕਰਨ ਦੇ ਯਤਨ ਸ਼ੁਰੂ ਹੋਣ ਤੋਂ ਬਾਅਦ ਲਗਭਗ 5,56,000 ਅਮਰੀਕੀ ਵਾਸੀਆਂ ਨੂੰ ਟੀਕੇ ਲਗਾਏ ਗਏ ਹਨ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਦੀਆਂ ਕੋਸ਼ਿਸ਼ਾਂ ਸਦਕਾ ਦੂਜੀ ਵੈਕਸੀਨ ਮੋਡਰਨਾ ਦੇ ਟੀਕੇ ਦੀ ਫਾਈਜ਼ਰ ਟੀਕਿਆਂ ਨਾਲ ਮਿਲ ਕੇ ਆਪਣਾ ਯੋਗਦਾਨ ਪਾਉਣ ਲਈ ਤਿਆਰ ਹਨ। ਟਰੰਪ ਪ੍ਰਸ਼ਾਸਨ ਦੇ ਆਪਰੇਸ਼ਨ ਦੇ ਮੁੱਖ ਸਲਾਹਕਾਰ ਡਾਕਟਰ ਮੋਨਸੇਫ ਸਲੋਈ ਦੇ ਅਨੁਸਾਰ ਸੋਮਵਾਰ ਨੂੰ ਤਕਰੀਬਨ 8 ਮਿਲੀਅਨ ਐਂਟੀ ਕੋਰੋਨਾ ਵਾਇਰਸ ਖੁਰਾਕਾਂ ਸੋਮਵਾਰ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚੋਂ ਮੋਡਰਨਾ ਦੀਆਂ ਲਗਭਗ 5.9 ਮਿਲੀਅਨ ਅਤੇ ਫਾਈਜ਼ਰ ਤੋਂ 2 ਮਿਲੀਅਨ ਖੁਰਾਕਾਂ ਸ਼ਾਮਿਲ ਹਨ। ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਯਤਨਾਂ ਵਿੱਚੋਂ ਟੀਕਾਕਰਨ ਲਈ ਅਧਿਕਾਰਤ ਕੀਤੀ ਗਈ ਦੂਜੀ ਵੈਕਸੀਨ ਮੋਡਰਨਾ ਦੇਸ਼ ਵਿੱਚ ਸਿਹਤ ਸਹੂਲਤਾਂ ਨੂੰ ਪਹੁੰਚਾਉਣ ਲਈ ਤਿਆਰ ਹੈ। ਕੋਰੋਨਾ ਵਾਇਰਸ ਮਹਾਮਾਰੀ ਨੂੰ ਕਾਬੂ ਵਿੱਚ ਲਿਆਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵਿੱਚ ਐਤਵਾਰ ਨੂੰ ਸੰਯੁਕਤ ਰਾਜ ਵਿੱਚ ਕਰਮਚਾਰੀਆਂ ਨੇ ਅਧਿਕਾਰਤ ਦੂਸਰੇ ਕੋਵਿਡ-19 ਟੀਕੇ ਦੀ ਪੈਕਿੰਗ ਸ਼ੁਰੂ ਕੀਤੀ ਹੈ। ਮਿਸੀਸਿਪੀ ਦੇ ਮੈਫਿਸ ਖੇਤਰ ਵਿੱਚ ਮੋਡਰਨਾ ਦੀ ਇੱਕ ਫੈਕਟਰੀ ਵਿੱਚ ਕਰਮਚਾਰੀਆਂ ਦੁਆਰਾ ਮੋਡਰਨਾ ਅਤੇ ਸਿਹਤ ਦੇ ਰਾਸ਼ਟਰੀ ਇੰਸਟੀਚਿਊਟ ਦੁਆਰਾ ਵਿਕਸਿਤ ਟੀਕੇ ਨੂੰ ਸ਼ਿਪਮੈਂਟ ਲਈ ਤਿਆਰ ਕੀਤਾ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੁਆਰਾ ਇਸ ਦੇ ਐਮਰਜੈਂਸੀ ਰੋਲ ਆਊਟ ਨੂੰ ਅਧਿਕਾਰਤ ਕੀਤੇ ਜਾਣ ਤੋਂ ਸਿਰਫ 3 ਦਿਨ ਬਾਅਦ ਮੋਡਰਨਾ ਟੀਕੇ ਦੇ ਸ਼ਾਟ ਸੋਮਵਾਰ ਤੋਂ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। ਇਸ ਦੇ ਇਲਾਵਾ ਐਤਵਾਰ ਨੂੰ ਮੋਡਰਨਾ ਟੀਕਾ ਦੀਆਂ ਮੁੱਢਲੀਆਂ ਖੁਰਾਕਾਂ ਨੂੰ ਦੇਣ ਲਈ ਪਹਿਲ ਵਾਲੇ ਲੋਕ ਨਿਰਧਾਰਤ ਕਰਨ ਲਈ ਇੱਕ ਮਾਹਰ ਕਮੇਟੀ ਬਹਿਸ ਕਰੇਗੀ। ਦੇਸ਼ ਵਿੱਚ ਕੋਰੋਨਾ ਨੂੰ ਹਰਾਉਣ ਦੇ ਮਕਸਦ ਨਾਲ ਟੀਕਾਕਰਨ ਕਮੇਟੀ ਦੀ ਸਲਾਹ ਨਾਲ ਪਹਿਲਾਂ ਤੋਂ ਹੀ ਵਰਤੀ ਜਾ ਰਹੀ ਫਾਈਜ਼ਰ ਵੈਕਸੀਨ ਦੇ ਨਾਲ ਹੁਣ ਮੋਡਰਨਾ ਦੇ ਨਾਲ ਜ਼ਿਆਦਾ ਲੋਕਾਂ ਨੂੰ ਟੀਕਾ ਲਗਵਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਹਨਾਂ ਦੋਵੇਂ ਮੋਡਰਨਾ ਅਤੇ ਫਾਈਜ਼ਰ ਬਾਇਓਟੈਕ ਟੀਕਿਆਂ ਦੀਆਂ ਕੋਰੋਨਾ ਦੇ ਇਲਾਜ ਲਈ 2 ਖੁਰਾਕਾਂ ਦੀ ਜ਼ਰੂਰਤ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 27ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੇ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਹੈ। ਉੱਥੇ ਹੀ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਨੇ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ 11 ਮੈਂਬਰਾਂ ਦਾ ਸਮੂਹ ਬਦਲਵੇਂ ਤੌਰ ਤੇ 24 ਘੰਟਿਆਂ ਦੀ ਭੁੱਖ ਹੜਤਾਲ ਤੇ ਬੈਠੇਗਾ। 5 ਰਾਉਂਡ ਦੀ ਬੈਠਕ ਅਸਫਲ ਹੋਣ ਤੋਂ ਬਾਅਦ ਸਰਕਾਰ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਲਬਾਤ ਦੇ ਅਗਲੇ ਦੌਰ ਦੀ ਤਰੀਕ ਤੈਅ ਕਰਨ ਲਈ ਕਿਹਾ ਹੈ। ਸਰਕਾਰ 40 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਤਿਆਰ ਹੈ। ਉੱਥੇ ਹੀ ਕਿਸਾਨਾਂ ਨੇ ਇੱਕ ਵਾਰ ਫਿਰ NH9 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਦਿੱਲੀ ਤੋਂ ਗਾਜ਼ੀਆਬਾਦ ਆਉਣ ਵਾਲੀ ਲੇਨ ਤੇ ਕਿਸਾਨ ਬੈਠੇ ਹਨ। NH9 ਨੂੰ ਕੱਲ ਦੁਪਹਿਰ ਤੋਂ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਕੁਠਾਰ, ਪੂਰਨਪੁਰ ਆਦਿ ਵਿੱਚ UP ਗੇਟ ਤੇ ਆਉਣ ਵਾਲੇ ਕਿਸਾਨਾਂ ਦੀਆਂ ਟਰਾਲੀਆਂ ਨੂੰ ਰੋਕ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਅੱਜ ਸਵੇਰੇ ਕਿਸਾਨਾਂ ਨੇ NH9 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ NH9 ਦਿੱਲੀ ਨੂੰ ਮੇਰਠ ਨਾਲ ਜੋੜਦਾ ਹੈ। ਪਿਛਲੇ ਕਈ ਦਿਨਾਂ ਤੋਂ ਕਿਸਾਨ ਇਸ ਤੇ ਗਾਜ਼ੀਪੁਰ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਹਨ। ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਇਸਲਾਮਾਬਾਦ 'ਚ ਮੰਦਰ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। 6 ਮਹੀਨੇ ਪਹਿਲਾਂ ਇਸਲਾਮੀ ਕੱਟੜਪੰਥੀਆਂ ਦੇ ਦਬਾਅ 'ਚ ਹਿੰਦੂਆਂ ਦੇ ਪੂਜਾ ਸਥਾਨ ਤੇ ਨਿਰਮਾਣ ਦਾ ਕੰਮ ਰੋਕ ਦਿੱਤਾ ਗਿਆ ਸੀ। ਇਸਲਾਮਾਬਾਦ ਦੇ H9 ਪ੍ਰਸ਼ਾਸਨਿਕ ਖੇਤਰ 'ਚ 20,000 ਵਰਗ ਫੁੱਟ ਖੇਤਰ 'ਚ ਕ੍ਰਿਸ਼ਨ ਮੰਦਰ ਦਾ ਨਿਰਮਾਣ ਹੋਣਾ ਹੈ। ਇਸ 'ਚ ਸ਼ਮਸ਼ਾਨ ਦੇ ਨਾਲ ਹੀ ਕਈ ਹੋਰ ਧਾਰਮਿਕ ਸਮਾਗਮਾਂ ਲਈ ਨਿਰਮਾਣ ਕਰਵਾਏ ਜਾਣੇ ਹਨ। ਕੈਪੀਟਲ ਡਿਵੈਲਪਮੈਂਟ ਅਥਾਰਟੀ ਨੇ ਸੋਮਵਾਰ ਨੂੰ ਲਾਹੌਰ 'ਚ ਨੋਟੀਫਿਕੇਸ਼ਨ ਜਾਰੀ ਕਰਕੇ ਸ਼ਮਸ਼ਾਨ ਘਾਟ ਦੀ 4 ਦੀਵਾਰੀ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 4 ਦੀਵਾਰੀ ਦੀ ਉਚਾਈ 7 ਫੁੱਟ ਤੋਂ ਜ਼ਿਆਦਾ ਨਹੀਂ ਹੋਵੇਗੀ। 4 ਦੀਵਾਰੀ ਪੱਕੀ ਹੋ ਸਕਦੀ ਹੈ ਜਾਂ 3 ਫੁੱਟ ਤੱਕ ਪੱਕੀ ਨੀਂਹ ਦੇ ਬਾਅਦ ਉਸ ਤੇ ਤਾਰ ਲਾਈ ਜਾ ਸਕਦੀ ਹੈ। ਕੁਝ ਕੱਟੜਪੰਥੀ ਮੌਲਵੀਆਂ ਨੇ ਸਰਕਾਰ ਨੂੰ ਇਸਲਾਮਾਬਾਦ 'ਚ ਮੰਦਰ ਨਿਰਮਾਣ ਦੀ ਇਜਾਜ਼ਤ ਦੇਣ ਖਿਲਾਫ ਚੇਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਹੀ CDA ਨੇ ਇਸ ਸਾਲ ਜੁਲਾਈ 'ਚ 4 ਦੀਵਾਰੀ ਦੇ ਨਿਰਮਾਣ ਕਾਰਜ ਤੇ ਰੋਕ ਲਾ ਦਿੱਤੀ ਸੀ। ਹਾਲਾਂਕਿ ਉਸਨੇ ਇਸ ਕਾਰਨ ਕੁਝ ਰਸਮਾਂ ਦੇ ਪੂਰਾ ਹੋਣ 'ਚ ਦੇਰੀ ਦੱਸੀ ਸੀ।
ਸਰਕਾਰ ਨੇ ਮੌਲਵੀਆਂ ਦੀਆਂ ਪਰਿਸ਼ਦ ਕੌਂਸਲ ਆਫ ਇਸਲਾਮਿਕ ਆਈਡੀਓਲੋਜੀ ਨੂੰ ਮੰਦਰ ਨਿਰਮਾਣ ਦੇ ਨਾਲ ਹੀ ਇਸ ਲਈ 10 ਕਰੋੜ ਰੁਪਏ ਦੀ ਗ੍ਰਾਂਟ ਦੀ ਰਾਏ ਮੰਗੀ ਸੀ। CIC ਨੇ ਕਿਹਾ ਸੀ ਕਿ ਸੰਵਿਧਾਨ ਜਾਂ ਸ਼ਰੀਆ ਕਾਨੂੰਨ 'ਚ ਇਸਲਾਮਾਬਾਦ ਜਾਂ ਦੇਸ਼ ਦੇ ਕਿਸੇ ਵੀ ਖੇਤਰ 'ਚ ਮੰਦਰ ਨਿਰਮਾਣ ਤੇ ਕੋਈ ਰੋਕ ਨਹੀਂ ਹੈ। CII ਦੇ 14 ਮੈਂਬਰ ਦੇ ਦਸਤਖਤ ਵਾਲੇ ਫੈਸਲੇ 'ਚ ਇਹ ਵੀ ਕਿਹਾ ਸੀ ਕਿ ਦੇਸ਼ 'ਚ ਰਹਿਣ ਵਾਲੇ ਹੋਰ ਧਰਮ ਦੇ ਲੋਕਾਂ ਵਾਂਗ ਹਿੰਦੂਆਂ ਨੂੰ ਵੀ ਆਪਣੀ ਆਸਥਾ ਮੁਤਾਬਿਕ ਅੰਤਿਮ ਸੰਸਕਾਰ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਮੰਦਰ ਨਿਰਮਾਣ ਲਈ ਜ਼ਮੀਨ ਅਲਾਟ ਕੀਤੀ ਸੀ। ਇਸ ਤੋਂ ਬਾਅਦ CDA ਨੇ 2017 'ਚ ਹਿੰਦੂ ਪੰਚਾਇਤ ਨੂੰ ਇਸਲਾਮਾਬਾਦ 'ਚ ਉਕਤ ਜ਼ਮੀਨ ਦਿੱਤੀ ਸੀ। ਪਾਕਿਸਤਾਨ 'ਚ ਹਿੰਦੂ ਸਭ ਤੋਂ ਵੱਡਾ ਘੱਟ ਗਿਣਤੀ ਫਿਰਕਾ ਹੈ। ਇਹਨਾਂ ਦੀ ਅੰਦਾਜ਼ਨ ਆਬਾਦੀ 75 ਲੱਖ ਹੈ। ਹਾਲਾਂਕਿ ਹਿੰਦੂਆਂ ਮੁਤਾਬਕ ਉਹਨਾਂ ਦੀ ਆਬਾਦੀ 90 ਲੱਖ ਤੋਂ ਜ਼ਿਆਦਾ ਹੈ। ਜ਼ਿਆਦਾਤਰ ਹਿੰਦੂ ਸਿੰਧੂ ਸੂਬੇ 'ਚ ਰਹਿੰਦੇ ਹਨ। ਕੈਨੇਡਾ ਦੇ ਸੂਬੇ ontario ਵਿੱਚ ਕ੍ਰਿਸਮਸ ਈਵ ਤੋਂ ਪੂਰੀ ਤਰ੍ਹਾਂ ਤਾਲਾਬੰਦੀ ਲਾਗੂ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ 24 ਦਸੰਬਰ ਦੀ ਸਵੇਰ ਤੋਂ ਅਗਲੇ 28 ਦਿਨਾਂ ਲਈ ਪੂਰੀ ਤਾਲਾਬੰਦੀ ਰਹੇਗੀ। ਇਹ ਤਾਲਾਬੰਦੀ ਉਸੇ ਤਰ੍ਹਾਂ ਹੋਵੇਗੀ ਜਿਵੇਂ ਮਾਰਚ ਵਿੱਚ ਸੂਬਾ ਦੇਖ ਚੁੱਕਾ ਹੈ। ਇਸ ਦੌਰਾਨ ਬੇਹੱਦ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ। ਇਸੇ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਹੋਈਆਂ ਸਰਦੀਆਂ ਦੀਆਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ। ਟੋਰਾਂਟੋ ਨੇ ਅਜੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਦੋਂ ਤੱਕ ਸਕੂਲ ਬੰਦ ਰੱਖੇਗਾ। ਟੋਰਾਂਟੋ, ਪੀਲ ਰੀਜਨ, ਯਾਰਕ ਰੀਜਨ ਅਤੇ ਵਿੰਡਸਰ ਐਸੈਕਸ ਵਿੱਚ ਪਹਿਲਾਂ ਹੀ ਤਾਲਾਬੰਦੀ ਲਾਗੂ ਹੈ। ਹੈਮਿਲਟਨ ਵੀ ਗ੍ਰੇ ਜ਼ੋਨ ਵਿੱਚ ਸ਼ਾਮਲ ਹੋ ਚੁੱਕਾ ਹੈ। ਮੁੱਖ ਮੰਤਰੀ ਫੋਰਡਰ ਨੇ ਇਸ਼ਾਰਾ ਦਿੱਤਾ ਹੈ ਕਿ ਤਾਲਾਬੰਦੀ ਲਾਗੂ ਹੋਣ ਜਾ ਰਹੀ ਹੈ, ਪਰ ਅਜੇ ਇਸ ਦੀ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਮਾਹਰ ਚੇਤਾਵਨੀ ਦੇ ਚੁੱਕੇ ਹਨ ਕਿ ਦਸੰਬਰ ਦੇ ਅਖੀਰ ਤੱਕ ICU ਵਿੱਚ 300 ਤੋਂ ਵੱਧ ਮਰੀਜ਼ ਭਰਤੀ ਹੋਇਆ ਕਰਨਗੇ ਅਤੇ ਜਨਵਰੀ ਦੇ ਅਖੀਰ ਤੱਕ ਇਹ ਗਿਣਤੀ 700 ਤੱਕ ਹੋ ਸਕਦੀ ਹੈ। ਇਸ ਸਮੇਂ 261 ਮਰੀਜ਼ ICU ਵਿੱਚ ਭਰਤੀ ਹਨ। ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੀ ਅਗਵਾਈ ਹੇਠ ਕਿਸਾਨ ਮੰਗਲਵਾਰ ਨੂੰ ਮੁੰਬਈ ਵਿੱਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦਾ ਘਿਰਾਓ ਕਰਨਗੇ। ਇਸ ਦੇ ਨਾਲ ਹੀ ਕਿਸਾਨ ਉਹਨਾਂ ਨੂੰ ਖੇਤੀ ਵਿੱਚ ਕਾਰਪੋਰੇਟ ਦੀ ਜ਼ਰੂਰਤ ਤੋਂ ਜ਼ਿਆਦਾ ਦਖਲ ਅੰਦਾਜ਼ੀ ਨੂੰ ਰੋਕਣ ਦੀ ਅਪੀਲ ਕਰਨਗੇ। ਇਸ ਦੌਰਾਨ ਉਹਨਾਂ ਨੂੰ ਅੰਦੋਲਨਕਾਰੀ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ। ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਪ੍ਰਧਾਨ VM ਸਿੰਘ ਨੇ ਸੋਮਵਾਰ ਨੂੰ UP ਗੇਟ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੰਬਈ ਵਿੱਚ ਉਹਨਾਂ ਦੇ ਸਾਥੀ ਕਿਸਾਨ ਆਗੂ ਰਾਜੂ ਸ਼ੈਟੀ ਨੇ ਘੇਰਾਬੰਦੀ ਦਾ ਇਹ ਪ੍ਰੋਗਰਾਮ ਤੈਅ ਕੀਤਾ ਹੈ। ਉਹਨਾਂ ਦੱਸਿਆ ਕਿ ਕਿਸਾਨ ਮੁਕੇਸ਼ ਅੰਬਾਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਹਨਾਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਤੋਂ ਅੱਗੇ VM ਸਿੰਘ ਨੇ ਦੱਸਿਆ ਕਿ ਕਿਸਾਨ ਮੁਕੇਸ਼ ਅੰਬਾਨੀ ਨੂੰ ਅਪੀਲ ਕਰਨਗੇ ਕਿ ਨਵੇਂ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ, ਇਸ ਲਈ ਕਾਰਪੋਰੇਟ ਨੂੰ ਪਿੱਛੇ ਹਟਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸਾਨ ਉਹਨਾਂ ਨੂੰ ਇਹ ਵੀ ਅਪੀਲ ਕਰਨਗੇ ਕਿ ਉਹ ਸਰਕਾਰ ਨੂੰ ਇਹ ਦੱਸਣ ਕਿ ਉਹ ਉਹਨਾਂ ਨੂੰ ਇਹ ਕਾਨੂੰਨ ਨਹੀਂ ਚਾਹੀਦੇ ਅਤੇ ਸਰਕਾਰ ਨੂੰ ਉਹਨਾਂ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। VM ਸਿੰਘ ਨੇ ਕਿਹਾ ਕਿ ਸਰਕਾਰ ਜੋ ਖੇਤੀ ਕਾਨੂੰਨ ਲੈ ਕੇ ਆਈ ਹੈ ਉਸ ਨਾਲ ਕਿਸਾਨ ਦੁਖੀ ਹਨ ਅਤੇ ਬਾਜ਼ਾਰ ਖੁਸ਼ ਹਨ। ਖੇਤੀ ਪ੍ਰਧਾਨ ਦੇਸ਼ ਵਿੱਚ ਅਜਿਹੀ ਸਥਿਤੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਅਸੀਂ ਜਿੱਥੇ ਰੁਕਾਂਗੇ ਉਸ ਜਗ੍ਹਾ ਨੂੰ ਗਾਜ਼ੀਪੁਰ ਬਣਾ ਦੇਵਾਂਗੇ। ਦੱਸ ਦਈਏ ਕਿ VM ਸਿੰਘ ਨੇ ਕਿਸਾਨਾਂ ਨੂੰ ਜਗ੍ਹਾ ਰੋਕਣ ਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਪਣੀ ਪੀੜਾ ਲੈ ਕੇ ਜੋ ਕਿਸਾਨ ਇੱਥੇ ਆ ਰਹੇ ਹਨ ਉਹਨਾਂ ਨੂੰ ਸਰਕਾਰ ਨਾ ਰੋਕੇ। ਉਹਨਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿੱਥੇ ਕਿਸਾਨਾਂ ਨੂੰ ਰੋਕਿਆ ਜਾਵੇਗਾ ਉੱਥੇ ਹੀ ਜਗ੍ਹਾ ਨੂੰ ਗਾਜ਼ੀਪੁਰ ਬਣਾਇਆ ਜਾਵੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸੋਮਵਾਰ ਨੂੰ ਇੱਕ ਕਾਨੂੰਨ ਤੇ ਦਸਤਖਤ ਕੀਤੇ ਗਏ ਹਨ ਜਿਸ ਦੇ ਤਹਿਤ ਟੈਕਸਾਸ ਵਿੱਚ ਇੱਕ ਡਾਕਘਰ ਦਾ ਨਾਮ ਮਰਹੂਮ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਹੋਵੇਗਾ। ਜ਼ਿਕਰਯੋਗ ਹੈ ਕਿ 1 ਸਾਲ ਪਹਿਲਾਂ ਹਿਊਸਟਨ ਵਿੱਚ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸੰਬੰਧੀ ਵਾਈਟ ਹਾਊਸ ਵੱਲੋਂ ਇਹ ਬਿਆਨ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਦੱਸਿਆ ਕਿ ਟਰੰਪ ਨੇ ਟੈਕਸਾਸ ਦੇ ਹਿਊਸਟਨ ਵਿੱਚ ਸਥਿਤ ਡਾਕਘਰ ਦਾ ਨਾਮ ਮਰਹੂਮ ਪੁਲਿਸ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਰੱਖਣ ਵਾਲੇ ਕਾਨੂੰਨ ਤੇ ਦਸਤਖਤ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2006 ਵਿੱਚ ਦੱਖਣੀ ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਪਹਿਲੇ ਸੰਸਦ ਮੈਂਬਰ ਦਲੀਪ ਸਿੰਘ ਸੌਂਦ ਦੇ ਨਾਮ ਤੇ ਡਾਕਘਰ ਦਾ ਨਾਮ ਰੱਖਿਆ ਗਿਆ ਸੀ। ਦਰਅਸਲ ਅਮਰੀਕਾ ਵਿੱਚ ਹੁਣ ਤੱਕ ਭਾਰਤੀ ਮੂਲ ਦੇ ਵਿਅਕਤੀਆਂ ਦੇ ਨਾਮ ਤੇ 2 ਡਾਕਘਰ ਦੇ ਨਾਮ ਰੱਖੇ ਗਏ ਹਨ। ਇਸ ਬਾਰੇ ਟੈਕਸਾਸ ਦੇ ਸੰਸਦ ਮੈਂਬਰ ਟੇਡ ਕਰੂਜ਼ ਨੇ ਦੱਸਿਆ ਸੀ ਕਿ ਉਹ ਇੱਕ ਨਾਇਕ ਅਤੇ ਇੱਕ ਰਾਜਸੇਰਾ ਸੀ ਜਿਸ ਦੀ ਆਪਣੇ ਧਰਮ ਪ੍ਰਤੀ ਵਚਨਬੱਧਤਾ ਸਿੱਖ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਪੀੜ੍ਹੀਆਂ ਨੂੰ ਕਾਨੂੰਨ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਦੱਸ ਦਈਏ ਕਿ ਭਾਰਤੀ ਮੂਲ ਦੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੀ ਜਿਸ ਨੂੰ ਡਿਊਟੀ ਦੌਰਾਨ ਦਸਤਾਰ ਬੰਨਣ ਅਤੇ ਦਾੜੀ ਰੱਖਣ ਦੀ ਇਜਾਜ਼ਤ ਮਿਲੀ ਸੀ। ਸੰਦੀਪ ਹੈਰਿਸ ਕਾਉਂਟੀ ਟੈਕਸਾਸ ਵਿੱਚ ਸਥਾਨਕ ਪੁਲਿਸ ਏਜੰਸੀ ਸ਼ੈਰਿਫ ਵਿਖੇ ਡਿਪਟੀ ਪੁਲਿਸ ਅਧਿਕਾਰੀ ਸੀ। ਉਹ ਆਪਣੀ ਰੋਜ਼ਾਨਾ ਡਿਊਟੀ ਦੌਰਾਨ ਵਾਹਨਾਂ ਦੀ ਜਾਂਚ ਕਰ ਰਹੇ ਸੀ। ਇਸ ਦੌਰਾਨ ਉਸ ਨੂੰ ਇੱਕ ਵਿਅਕਤੀ ਰਾਬਰਟ ਸੋਲਿਸ ਨੇ ਪਿੱਛੇ ਤੋਂ ਗੋਲੀ ਮਾਰ ਦਿੱਤੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ੍ਰੀ ਅਕਾਲ।